ਗੁਰਬਾਣੀ ਵਿਆਕਰਨ ਕਲਾਸ ਦੇ ਸਾਰੇ ਹੀ ਗੁਰਮੁਖ ਵਿਦਿਆਰਥੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਸੁਖਮਨੀ ਸਾਹਿਬ ਦੇ 12ਵੇਂ ਸ਼ਬਦ ਦਾ ਉਚਾਰਨ ਇਸ ਪ੍ਰਕਾਰ ਹੈ ਜੀ। ਸ਼ਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ। ਇੱਥੇ ਸੁਖੀ ਬਸੇ ਨਹੀਂ ਕਹਿਣਾ, ਸੁਖੀ ਬਸੈ ਕਹਿਣਾ, ਸੱਸੇ ਨੂੰ ਦਲਾਵਾਂ। ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ। ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਇਹਨੂੰ ਅਹੰਕਾਰੀਆਂ ਬਿੰਦੀ ਨਹੀਂ ਲਾਣੀ ਹੈਗੀ, ਬਿਨਾਂ ਬਿੰਦੀ ਤੋਂ ਬੜੇ ਬੜੇ ਅਹੰਕਾਰੀਆ ਨਾਨਕ, ਨਾਨਕ ਤੇ ਰੁਕਣਾ ਹੈਗਾ ਮੈਨੇ, ਇਹ ਨਾਨਕ ਗਰਭ ਗਲੇ। ਇਸ ਤੋਂ ਅੱਗੇ ਅਸ਼ਟਪਦੀ ਆਰੰਭ ਹੈ। ਮੈਂ ਇੱਥੇ ਦੱਸ ਦਿਆਂ ਕਿ ਕੁਝ ਸੰਗਤਾਂ ਨੇ ਪੁੱਛਿਆ ਸੀ ਕਿ ਇਹਨੂੰ ਕੀ ਕਹਿਣਾ ਚਾਹੀਦਾ, ਸ਼ਲੋਕ ਕਹੀਏ ਕਿ ਅਸ਼ਟਪਦੀ ਕਹੀਏ ਕਿ ਇਹਨੂੰ ਸ਼ਬਦ ਕਹੀਏ। ਸੁਖਮਨੀ ਸਾਹਿਬ ਦੀ ਬਾਣੀ ਵਿੱਚ 24 ਸ਼ਬਦ ਨੇ ਤੇ ਇੱਕ ਸ਼ਬਦ ਦਾ ਜਿਹੜਾ ਸਰੂਪ ਕੀ ਹੈਗਾ, ਪਹਿਲਾਂ ਸ਼ਲੋਕ ਫਿਰ 8 ਪਦੇ, ਜਿਹਦਾ ਉੱਤੇ ਨਾਮ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਦੇ ਦਿੱਤਾ ਅਸ਼ਟਪਦੀ, ਭਾਵ 8 ਪਦਿਆਂ ਵਾਲਾ ਇਹ ਸ਼ਬਦ ਹੈ। ਪਰ ਸ਼ਬਦ ਉਦੋਂ ਕੰਪਲੀਟ ਜਦੋਂ ਉੱਪਰ ਸ਼ਲੋਕ ਨਾਲ ਹੈ, ਕਿਉਂਕਿ ਸਾਰੇ ਸ਼ਬਦ ਦਾ ਅਸ਼ਟਪਦੀਆਂ ਦਾ ਭਾਵ ਜਿਹੜਾ ਉਹ ਸ਼ਲੋਕ ਦੇ ਵਿੱਚ ਹੈ। ਪਹਿਲਾਂ ਸ਼ਲੋਕ ਉਚਾਰਿਆ, ਫਿਰ ਸ਼ਲੋਕ ਦੀ ਵਿਆਖਿਆ 8 ਪਦੇ ਉਚਾਰ ਦਿੱਤੇ, ਉਸ ਸ਼ਲੋਕ ਨੂੰ ਖੋਲ ਕੇ ਪੇਸ਼ ਕੀਤਾ 8 ਪਦਿਆਂ ਦੇ ਵਿੱਚ, ਜਿਹਨੂੰ ਅਸੀਂ ਅਸ਼ਟਪਦੀ ਕਹਿ ਦਿੰਦੇ ਹਾਂ, ਭਾਵ 8 ਪਦਿਆਂ ਵਾਲਾ ਸ਼ਬਦ। ਤੇ 8 ਪਦਿਆਂ ਵਾਲਾ ਜਿਹੜਾ ਸ਼ਬਦ ਹੈ ਉਹ ਸ਼ਲੋਕ ਸਮੇਤ ਹੁੰਦਾ ਵੈ। ਪਹਿਲਾਂ ਉੱਤੇ ਸ਼ਲੋਕ ਹੈ, ਫਿਰ 8 ਪਦੇ ਨੇ। ਜੇ ਕਿਤੇ ਬਾਣੀ ਵਿਚਕਾਰ ਹੁੰਦੀ ਗੁਰੂ ਗ੍ਰੰਥ ਸਾਹਿਬ ਦੇ ਤੇ ਹੁਕਮਨਾਮਾ ਲੈਣਾ ਪੈਂਦਾ, ਤੇ ਫਿਰ ਸ਼ਲੋਕ ਤੇ 8 ਪਦੇ ਇਕੱਠੇ ਪੜ੍ਹਨੇ ਪੈਣੇ ਸਨ, ਤਾਂ ਇੱਕ ਸ਼ਬਦ ਬਣਨਾ ਸੀ। ਸ਼ਬਦ ਹੈ ਅੱਜ ਦਾ 12ਵਾਂ, ਜਿਹਦੇ ਵਿੱਚ ਇੱਕ ਸ਼ਲੋਕ ਹੈ ਤੇ 8 ਪਦੇ ਨੇ। ਜੇ ਅਸੀਂ ਕਵਾਂਗੇ ਕਿ 12ਵਾਂ ਸ਼ਲੋਕ ਪੜ੍ਹਿਆ ਤੇ ਮਤਲਬ ਇਕੱਲਾ ਸ਼ਲੋਕ ਪੜ੍ਹਿਆ, ਅਸ਼ਟਪਦੀ ਨਹੀਂ। ਜੇ ਕਵਾਂਗੇ ਅਸੀਂ ਅਸ਼ਟਪਦੀ ਪੜ੍ਹੀ, ਇਹਦਾ ਮਤਲਬ ਸ਼ਲੋਕ ਨਹੀਂ ਪੜ੍ਹਿਆ। ਜਦੋਂ ਕਵਾਂਗੇ ਸ਼ਬਦ ਪੜ੍ਹਿਆ 12ਵਾਂ, ਉਹਦਾ ਮਤਲਬ ਅਸੀਂ ਸ਼ਲੋਕ ਵੀ ਪੜ੍ਹਿਆ ਤੇ ਅਸ਼ਟਪਦੀ ਵੀ ਪੜ੍ਹੀ, ਕਿਉਂਕਿ ਇੱਕ ਸ਼ਲੋਕ ਤੇ ਉਹਦੇ ਅੱਗੇ ਅਸ਼ਟਪਦੀ ਮਿਲਾ ਕੇ ਫਿਰ ਇੱਕ ਸ਼ਬਦ ਬਣਦਾ ਵੈ। ਤੇ ਸੁਖਮਨੀ ਸਾਹਿਬ ਦੇ ਵਿੱਚ ਕੁੱਲ 24 ਸ਼ਬਦ ਨੇ। ਹਾਂ, ਜਿਹੜੇ ਗੁਰਮੁਖ ਕਹਿੰਦੇ ਨੇ ਕਿ 12ਵਾਂ ਸ਼ਲੋਕ 12ਵੀਂ ਅਸ਼ਟਪਦੀ, ਉਹ ਵੀ ਠੀਕ ਹੈ, ਕੋਈ ਗੱਲ ਨਹੀਂ, ਕਿਉਂਕਿ ਉਹਨਾਂ ਦੀ ਭਾਵਨਾ ਠੀਕ ਹੈ ਵੀ ਉਹ ਕੀ ਕਹਿ ਰਹੇ ਨੇ, ਸਾਨੂੰ ਪਤਾ ਉਹਨਾਂ ਦਾ, ਇਸ ਕਰਕੇ ਉਹ ਠੀਕ ਹੈ। ਤੇ ਉੱਦਾਂ ਜਦੋਂ ਅਸੀਂ ਦੇਖਦੇ ਹਾਂ ਇਹਨੂੰ ਅਸਲ ਦੇ ਵਿੱਚ, ਜਦੋਂ ਲਿਖਤੀ ਰੂਪ ਵਿੱਚ, ਪ੍ਰਮਾਣਿਕ ਰੂਪ ਵਿੱਚ ਜਦੋਂ ਬੋਲਿਆ ਜਾਂਦਾ, ਉਦੋਂ ਫਿਰ ਇਹ ਕਹਿਣਾ ਪੈਂਦਾ ਕਿ ਅਸੀਂ 12ਵਾਂ ਸ਼ਬਦ ਕੀਤਾ। ਜਿਵੇਂ ਹੁਣ ਮੈਂ 12ਵਾਂ ਸ਼ਬਦ ਸਾਰਾ ਨਹੀਂ ਇੱਥੇ ਕਰ ਰਿਹਾ, ਮੈਂ 12ਵੇਂ ਸ਼ਬਦ ਦਾ ਪਹਿਲਾ ਸ਼ਲੋਕ ਲੈ ਲਿਆ, ਫਿਰ ਅਗਲੇ 4 ਪਦੇ। ਦੂਜੇ ਹਿੱਸੇ ਦੇ ਵਿੱਚ ਮੈਂ 12ਵੇਂ ਸ਼ਬਦ ਦੇ 5 ਤੋਂ ਲੈ ਕੇ 8 ਜਿਹੜੇ 4 ਅਗਲੇ ਪਦੇ ਨੇ, ਮੈਂ ਉਹ ਲਵਾਂਗਾ। ਇਹ ਟੋਟਲ ਮਿਲਾ ਕੇ ਇੱਕ ਸ਼ਬਦ ਬਣੇਗਾ। ਇਸ ਕਰਕੇ ਹੁਣ ਸੁਖਮਨੀ ਸਾਹਿਬ ਦੇ 12ਵੇਂ ਸ਼ਬਦ ਦੇ ਸ਼ਲੋਕ ਦਾ ਉਚਾਰਨ ਆਪਨੇ ਸੁਣਿਆ ਹੈ। ਹੁਣ ਅਸ਼ਟਪਦੀਆਂ ਵਿੱਚੋਂ ਪਹਿਲੇ ਪਦੇ ਦਾ ਉਚਾਰਨ। ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ। ਇੱਥੇ ਕੇ ਨਹੀਂ ਪੜ੍ਹਨਾ, ਕੈ ਪੜ੍ਹਨਾ, ਕੱਕੇ ਨੂੰ ਦਲਾਵਾਂ ਲੱਗੀਆਂ ਨੇ। ਜਿਸ ਕੈ ਅੰਤਰ ਰਾਜ ਅਭਿਮਾਨ, ਅਪਮਾਨ ਨਹੀਂ ਅਭਿਮਾਨ। ਸੋ ਨਰਕ ਪਾਤੀ ਹੋਵਤ ਸੁਆਨ। ਜੋ ਜਾਣੈ ਮੈਂ ਜੋਬਨਵੰਤ, ਜਾਣੇ ਨਹੀਂ ਜਾਣੈ, ਨਨੇ ਨੂੰ ਦਲਾਵਾਂ। ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕਉ ਕਰਮਵੰਤ ਕਹਾਵੈ। ਇੱਥੇ ਕਉ ਪਾਠ ਕਰਨਾ, ਕੋ ਨਹੀਂ, ਕਉ, ਕਨੋੜੇ ਵਾਂਗੂ, ਕੱਕਾ ਊੜੇ ਔਂਕੜ। ਆਪਸ ਕਉ ਕਰਮਵੰਤ ਕਹਾਵੈ, ਵਾਵੇ ਨੂੰ ਦੁਲਾਵਾਂ ਨੇ, ਕਹਾਵੈ। ਜਨਮ ਮਰੈ ਬਹੁ ਜੋਨ ਭਰਮ ਆਵੈ। ਇੱਥੇ ਮਰੈ ਪਾਠ ਕਰਨਾ, ਰਾਰੇ ਦੇ ਦੁਲਾਵਾਂ ਨੇ। ਭਰਮ ਆਵੈ ਦੀ ਬਜਾਏ ਜੇ ਭਰਮ ਆਵੈ ਕਵਾਂਗੇ ਤੇ ਜ਼ਿਆਦਾ ਸਪਸ਼ਟ ਹੋ ਜਾਏਗਾ, ਜ਼ਿਆਦਾ ਸ਼ੁੱਧ ਹੋਏਗਾ। ਭਰਮਾਵੈ, ਕਿਉਂਕਿ ਅੱਧਾ ਰਾਰਾ ਵੈ। ਜੇ ਪੂਰਾ ਰਾਰਾ ਬੋਲਣਾ ਹੁੰਦਾ ਤੇ ਗੁਰੂ ਸਾਹਿਬ ਪੂਰਾ ਰਾਰਾ ਲਿਖ ਦਿੰਦੇ, ਫਿਰ ਭਰਮਾਵੈ ਹੋ ਜਾਣਾ ਸੀ। ਇਹ ਭਰਮਾਵੈ, ਭਰਮਾਵੈ। ਜਨਮ ਮਰੈ ਬਹੁ ਜੋਨ ਭਰਮਾਵੈ, ਵਾਵੇ ਨੂੰ ਦਲਾਵਾਂ ਲੱਗੀਆਂ ਨੇ। ਧਨ ਭੂਮਿਕਾ ਜੋ ਕਰੈ ਗੁਮਾਨ, ਕਰੈ ਬੋਲਣੇ ਨੂੰ। ਸੋ ਮੂਰਖ ਅੰਧਾ ਅਗਿਆਨ, ਅੱਗੇ ਐੜਾ ਲੱਗਿਆ, ਅਗਿਆਨ ਇਹਨੂੰ ਬੋਲਣਾ ਹੈ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ। ਇੱਥੇ ਕੈ ਹਿਰਦੈ ਬਸਾਵੈ ਦਲਾਵਾਂ ਦੇ ਨਾਲ ਨੇ। ਨਾਨਕ ਈਹਾ ਮੁਕਤ
ਆਗੈ ਸੁਖ ਪਾਵੈ। ਇਹਨੂੰ ਇਦਾਂ ਨਹੀਂ ਪੜਨਾ ਨਾਨਕ ਇਹਾ ਮੁਕਤ ਆਗੇ ਸੁਖ ਪਾਵੇ, ਗਲਤ ਹੋ ਜਾਏਗਾ। ਨਾਨਕ ਤੇ ਰੁਕਣਾ ਹੈਗਾ। ਨਾਨਕ ਇਹਾ ਨਾਸਕੀ ਉਚਾਰਨ ਹੋਏਗਾ ਬੰਦੇ ਸਹਿਤ। ਇਹਾ ਮੁਕਤ ਆਗੈ ਸੁਖ ਪਾਵੈ। ਆਗੈ ਕੱਗੇ ਨੂੰ ਦਲਾਵਾਂ, ਪਾਵੈ ਵਾਵੇ ਨੂੰ ਦਲਾਵਾਂ। ਦੂਸਰਾ ਪਦਾ ਧਨਵੰਤਾ ਹੋਏ ਕਰ ਗਰਬਾਵੈ, ਵਾਵੇ ਨੂੰ ਦਲਾਵਾਂ। ਤ੍ਰਿਣ ਸਮਾਨ ਕਛ ਸੰਗ ਨ ਜਾਵੈ, ਵਾਵੇ ਨੂੰ ਫਿਰ ਦਲਾਵਾਂ ਆ ਗਈਆਂ। ਬਹੁ ਲਸ਼ਕਰ ਮਾਨੁਖ ਊਪਰ ਕਰੇ ਆਸ। ਇੱਥੇ ਲਸ਼ਕਰ ਪਾਠ ਕਰਨਾ, ਲਸਕਰ ਨਹੀਂ। ਲਸਕਰ ਕੋਈ ਚੀਜ਼ ਨਹੀਂ ਹੁੰਦੀ, ਲਸ਼ਕਰ ਜਿੱਥੇ ਬਹੁਤੀਆਂ ਫੌਜਾਂ ਹੋਣ ਉਹਨੂੰ ਲਸ਼ਕਰ ਕਿਹਾ ਜਾਂਦਾ ਹੈ। ਮਨੁੱਖ ਦੀ ਬਜਾਏ ਮਾਨੁਖ, ਨੰਨੇ ਮੰਮੇ ਨੂੰ ਕੰਨਾ ਹੈਗਾ। ਮਾਨੁਖ ਊਪਰ ਕਰੇ ਆਸ, ਊੜੇ ਨੂੰ ਦਲੈਂਕੜ। ਪਲ ਭੀਤਰ ਤਾਕਾ ਹੋਏ ਵਿਨਾਸ਼। ਇਹਨੂੰ ਤਾਕਾ ਨਹੀਂ ਬੋਲਣਾ, ਤਾਕਾ ਬੋਲਣਾ, ਤਾ ਬਿੰਦੀ ਤੋਂ ਬਿਨਾ। ਸਭ ਤੇ ਆਪ ਜਾਣੈ ਬਲਵੰਤ। ਇਹਨੂੰ ਜਾਣੈ ਨੰਨੇ ਨੂੰ ਦੁਲਾਵਾਂ ਬੋਲਣੀਆਂ ਨੇ। ਖਿਨ ਮੈਂ ਹੋਏ ਜਾਏ ਪਸਮੰਦ। ਕਿਸੇ ਨਾ ਬਦੈ ਆਪ ਅਹੰਕਾਰੀ। ਦੇਖੋ ਵਿਸਰਾਮ ਦਾ ਬਹੁਤ ਧਿਆਨ ਰੱਖਣਾ ਮੈਂ। ਜਿਵੇਂ ਖਿਨ ਮੈਂ, ਇੱਥੇ ਰੁਕਣਾ ਹੈਗਾ। ਖਿਨ ਮੈਂ ਹੋਏ ਜਾਏ ਪਸਮੰਦ, ਕਿਸੇ ਨਾ ਬਦੈ, ਇੱਥੇ ਵਿਸਰਾਮ ਹੈ ਹਲਕਾ ਜਿਹਾ। ਸੱਸੇ ਨੂੰ ਦਲਾਵਾਂ, ਦੱਦੇ ਨੂੰ ਦਲਾਵਾਂ। ਕਿਸੇ ਨਾ ਬਦੈ ਆਪ ਅਹੰਕਾਰੀ। ਗੁਰਬਾਣੀ 'ਚ ਹੰਕਾਰ ਜਾਂ ਹੰਕਾਰੀ ਲਫ਼ਜ਼ ਕਿਤੇ ਵੀ ਨਹੀਂ ਆਇਆ, ਹਮੇਸ਼ਾ ਐੜੇ ਨਾਲ ਹੀ ਆਇਆ। ਅਹੰਕਾਰ ਆਇਆ ਜਾਂ ਅਹੰਕਾਰੀ ਆਇਆ। ਅੱਗੇ ਐੜਾ ਜ਼ਰੂਰ ਬੋਲਣਾ ਹੈ। ਕਿਸੇ ਨਾ ਬਦੈ ਆਪ ਅਹੰਕਾਰੀ। ਧਰਮ ਰਾਏ ਤਿਸ ਕਰੇ ਖੁਆਰੀ। ਗੁਰ ਪ੍ਰਸਾਦ ਜਾਕਾ ਮਿਟੈ ਅਭਿਮਾਨ। ਮਿਟੇ ਨਹੀਂ, ਮਿਟੈ। ਗੁਰ ਪ੍ਰਸਾਦ, ਪ੍ਰਸਾਦ ਕਵਾਂਗੇ ਜ਼ਿਆਦਾ ਸਪਸ਼ਟ ਹੋਏਗਾ, ਪ੍ਰਸ਼ਾਦ ਨਹੀਂ, ਪ੍ਰਸਾਦ। ਮਿਟੈ ਟੈਂਕੇ ਨੂੰ ਦਲਾਵਾਂ। ਗੁਰ ਪ੍ਰਸਾਦ ਜਾਕਾ, ਜਾ ਤੇ ਬਿੰਦੀ ਨਹੀਂ ਲਗਾਣੀ। ਜਾਕਾ ਮਿਟੈ ਅਭਿਮਾਨ। ਅਪਮਾਨ ਨਹੀਂ ਬੋਲਣਾ, ਅਭਿਮਾਨ ਬੋਲਣਾ ਹੈ। ਗੁਰ ਪ੍ਰਸਾਦ ਜਾਕਾ ਮਿਟੈ ਅਭਿਮਾਨ। ਸੋ ਜਨ ਨਾਨਕ ਦਰਗਾਹ ਪ੍ਰਵਾਨ। ਇੱਥੇ ਦਰਗਾਹ ਉਚਾਰਨ ਹੋਏਗਾ, ਜਿਹਦੇ ਬਾਰੇ ਅਸੀਂ ਪਿੱਛੇ ਵਿਚਾਰ ਕਰ ਰਹੇ ਹਾਂ। ਨਾਨਕ ਤੇ ਰੁਕਣਾ ਹੈਗਾ। ਤੀਸਰਾ ਪਦਾ ਕੋਟ ਕਰਮ ਕਰੈ ਹਉ ਧਾਰੇ। ਕਰੈ ਰਾਰੇ ਨੂੰ ਦੁਲਾਵਾਂ। ਇੱਥੇ ਥੋੜਾ ਜਿਹਾ ਰੁਕਣਾ ਕਰੈ ਤੇ। ਕੋਟ ਕਰਮ ਕਰੈ ਹਉ ਧਾਰੇ, ਇਹਨੂੰ ਹਉ ਬੋਲਣਾ ਹੈ, ਮੈਨੇ ਹੰਕਾਰ। ਸ਼ਰਮ ਪਾਵੈ ਸਗਲੇ ਬਿਰਥਾਰੇ। ਇਹਨੂੰ ਸ਼ਰਮ ਨਹੀਂ ਕਹਿਣਾ, ਸ਼ਰਮ ਕਹਿਣਾ। ਸ਼ਰਮ ਹੁੰਦੀ ਹੈ ਲਾਜ, ਲੱਜਿਆ। ਸ਼ਰਮ ਹੁੰਦਾ ਹੈ ਉਦਮ। ਸ਼ਰਮ ਪਾਵੈ, ਵਾਵੇ ਨੂੰ ਤੁਲਾਵਾਂ। ਸ਼ਰਮ ਪਾਵੈ ਸਗਲੇ ਬਿਰਥਾਰੇ। ਅਨਿਕ ਤਪੱਸਿਆ ਕਰੇ ਅਹੰਕਾਰ। ਅਨਿਕ ਨੰਨੇ ਨੂੰ ਸਿਹਾਰੀ ਨਾਲ ਬੋਲਣਾ, ਅਨਕ ਤਪੱਸਿਆ ਨਹੀਂ ਕਹਿਣਾ, ਅਨਿਕ ਤਪੱਸਿਆ। ਤੇ ਇੱਥੇ ਰੁਕਣਾ ਤਪੱਸਿਆ ਤੇ। ਕਰੇ ਅਹੰਕਾਰ, ਅੱਗੇ ਐੜਾ ਜ਼ਰੂਰ ਲਗਾਣਾ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਹੰਕਾਰ ਤੋਂ ਪਹਿਲਾਂ ਐੜਾ ਜ਼ਰੂਰ ਲੱਗਿਆ ਹੋਇਆ ਹੈ। ਅਹੰਕਾਰ। ਨਰਕ ਸੁਰਗ ਫਿਰ ਅਵਤਾਰ। ਅਨਿਕ ਯਤਨ ਕਰ ਆਤਮ ਨਹੀਂ ਦਰਵੈ। ਇਹਨੂੰ ਅਨਿਕ ਪੜ੍ਹਨਾ, ਅਨਕ ਨਹੀਂ, ਅਨਿਕ। ਆਤਮ ਨਹੀਂ ਦਰਵੈ, ਦਰਵੈ ਨਹੀਂ ਕਹਿਣਾ, ਦਰਵੈ ਅੱਧਾ ਰਾਰਾ, ਦਰਵੈ। ਹਰ ਦਰਗਾਹ ਕਉ ਕੈਸੇ ਗਵੈ। ਦਰਗਾਹ ਬਾਰੇ ਅਸੀਂ ਪਿੱਛੇ ਵਿਚਾਰ ਕਰ ਰਹੇ ਹਾਂ। ਇੱਥੇ ਉਚਾਰਨ ਦਰਗਾਹ ਹੋਏਗਾ। ਕਹੋ, ਇੱਥੇ ਹਲਕਾ ਜਿਹਾ ਰੁਕਣਾ। ਹਰ ਦਰਗਾਹ ਕਹੋ ਕੈਸੇ ਗਵੈ, ਗਵੇ ਨਹੀਂ ਗਵੈ, ਵਾਵੇ ਨੂੰ ਦਲਾਵਾਂ। ਆਪਸ ਕਉ ਜੋ ਭਲਾ ਕਹਾਵੈ। ਆਪਸ ਕੋ ਨਹੀਂ ਕਹਿਣਾ, ਕਾਓ ਬੋਲਣਾ। ਕਹਾਵੇ ਦੀ ਬਜਾਏ ਕਹਾਵੈ, ਵਾਵੇ ਨੂੰ ਦਲਾਵਾਂ। ਤਿਸੈ ਭਲਾਈ ਨਿਕਟ ਨਾ ਆਵੈ। ਤਿਸੈ, ਤਿਸੇ ਨਹੀਂ, ਇੱਥੇ ਹਾਹਨ ਸਿਆਰੀ ਨਾਸਕੀ ਉਚਾਰਨ ਹੋਏਗਾ। ਤਿਸੈ ਭਲਾਈ, ਭਲਾਈ ਤੇ ਹਲਕਾ ਜਿਹਾ ਰੁਕਣਾ। ਨਿਕਟ ਨਾ ਆਵੈ, ਵਾਵੇ ਨੂੰ ਦੁਲਾਵਾਂ ਨੇ। ਸਰਬ ਕੀ ਰੇਨ ਜਾਕਾ ਮਨ ਹੋਏ। ਇੱਥੇ ਜਾਕਾ ਬੋਲਣਾ, ਜਾਂਕਾ ਨਹੀਂ ਬੋਲਣਾ, ਜਾਕਾ। ਜਿੱਥੇ ਵੀ ਜਾਕਾ, ਤਾਕਾ, ਜਾਕੋ, ਤਾਕੋ ਇੱਦਾਂ ਦੇ ਲਫ਼ਜ਼ ਆਉਂਦੇ ਨੇ, ਉੱਥੇ ਬਿੰਦੀ ਨਹੀਂ ਲੱਗੇਗੀ, ਕਿਉਂਕਿ ਇਹਦਾ ਅਰਥ ਹੋਏਗਾ ਉਸਦਾ, ਉਸਦੇ, ਉਸਦੀ, ਇਸ ਤਰ੍ਹਾਂ। ਤਿਸ ਦਾ, ਤਿਸ ਦੇ, ਤਿਸ ਦੀ। ਤਿਸ ਉਸ ਵਾਸਤੇ ਬਿੰਦੀ ਨਹੀਂ ਆਉਂਦੀ, ਜਾ ਵਾਸਤੇ, ਤਾ ਵਾਸਤੇ। ਠੀਕ ਹੈ ਜੀ। ਸਰਬ ਕੀ ਰੇਨ
ਜਾਕਾ ਮਨ ਹੋਏ ਕਹੋ ਨਾਨਕ ਤਾਕੀ ਨਿਰਮਲ ਸੋਏ। ਨਾਨਕ ਤੇ ਰੁਕਣਾ ਹੈ, ਭਾਵ ਇਹ ਨਾਨਕ ਤਾਕੀ ਭਾਵ ਉਸ ਦੀ ਬਿੰਦੀ ਨਹੀਂ ਲੱਗੇਗੀ ਤਾ ਤੇ ਨਿਰਮਲ ਸੋਏ। ਚੌਥਾ ਪਦਾ ਜਬ ਲਗ ਜਾਣੈ ਮੁਝ ਤੇ ਕਛ ਹੋਏ। ਜਾਣੇ ਨਹੀਂ ਜਾਣੈ ਦੁਲਾਵਾਂ ਆ ਗਈਆਂ ਤੇ ਇੱਥੇ ਹਲਕਾ ਜਿਹਾ ਵਿਸਰਾਮ ਹੈਗਾ। ਤਬ ਇਸ ਕਉ ਸੁਖ ਨਾਹੀ ਕੋਏ। ਕਉ ਤੇ ਰੁਕਣਾ ਤੇ ਕਉ ਦਾ ਉਚਾਰਨ ਕਉ ਕਰਨਾ, ਕੋ ਨਹੀਂ ਕਰਨਾ। ਸੁਖ ਨਾਹੀ ਕੋਏ, ਨਾਹੀ ਨੰਨੇ ਨੂੰ ਕੰਨੇ ਦੇ ਨਾਲ ਹੈਗਾ। ਜਬ ਇਹ ਜਾਣੈ ਮੈਂ ਕਿਛ ਕਰਤਾ, ਜਾਣੈ ਨੰਨੇ ਨੂੰ ਦੁਲਾਵਾਂ। ਤਬ ਲਗ ਗਰਭ ਜੋਨ ਮਹਿ ਫਿਰਤਾ, ਤਬ ਲਗ ਤੇ ਰੁਕਣਾ ਹੈਗਾ। ਗਰਭ, ਇਹਨੂੰ ਗਰਭ ਨਹੀਂ ਬੋਲਣਾ, ਗਰਭ ਭੱਬੇ ਨਾਲ ਬੋਲਣਾ। ਗਰਭ ਜੋਨ ਮਹਿ ਫਿਰਤਾ ਜਬ ਧਾਰੈ ਕਉ ਬੈਰੀ ਨੀਤ। ਧਾਰੈ ਤੇ ਰੁਕਣਾ ਤੇ ਧਾਰੇ ਨਹੀਂ ਬੋਲਣਾ, ਧਾਰੈ ਬੋਲਣਾ ਰਾਰੇ ਨੂੰ ਦੁਲਾਵਾਂ ਨਾਲ। ਕੋਊ ਊੜੇ ਨੂੰ ਦੁਲੈਂਕੜ। ਜਬ ਧਾਰੈ ਕਉ ਬੈਰੀ ਨੀਤ ਤਬ ਲਗ ਨੇਚਲ ਨਾਹੀ ਚੀਤ। ਤਬ ਲਗ ਤੇ ਰੁਕਣਾ ਹੈਗਾ ਹਲਕਾ ਜਿਹਾ। ਨਾਹੀ ਨੰਨੇ ਨੂੰ ਕੰਨੇ ਨਾਲ ਉਚਾਰਨਾ, ਨਾਹੀ ਚੀਤ। ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ। ਹੁਣ ਦੇ ਦੱਦੇ ਦੀ ਲਾਂ ਲਮਕਾ ਦੇਣੀ ਆਵਾਜ਼, ਇਹਨੂੰ ਦੇ ਹੀ ਨਹੀਂ ਪੜਨਾ, ਦੇ ਸਜਾਏ। ਇਹਨੂੰ ਸਜਾਏ ਨਹੀਂ ਪੜਨਾ। ਸਜਾਣਾ ਹੁੰਦਾ ਕਿਸੇ ਚੀਜ਼ ਨੂੰ ਸੋਹਣਾ ਬਣਾ ਕੇ ਰੱਖਣਾ, ਡੈਕੋਰੇਸ਼ਨ ਕਰਨੀ। ਸਜ਼ਾ ਹੁੰਦੀ ਹੈ ਡਨ, ਫਾਈਨ ਲੱਗਣਾ ਜਾਂ ਸਜ਼ਾ ਦੇਣੀ ਕੋਈ, ਇਹਨੂੰ ਸਜ਼ਾ ਬੋਲਣਾ, ਸਜ਼ਾ ਨਹੀਂ ਬੋਲਣਾ। ਸਜਾਏ ਨਹੀਂ, ਸਜ਼ਾਏ। ਤਬ ਲਗ ਧਰਮ ਰਾਏ ਦੇ ਸਜ਼ਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ। ਇੱਥੇ ਤੇ ਰੁਕਣਾ, ਪ੍ਰਭ ਕਿਰਪਾ ਤੇ ਬੰਧਨ ਟੂਟੈ, ਟੈਂਕੇ ਨੂੰ ਦੁਲਾਵਾਂ। ਗੁਰ ਪ੍ਰਸਾਦ ਨਾਨਕ, ਨਾਨਕ ਤੇ ਰੁਕਣਾ ਹਲਕਾ ਜਿਹਾ। ਗੁਰ ਪ੍ਰਸਾਦ, ਪ੍ਰਸਾਦ ਬੋਲਣਾ, ਪ੍ਰਸ਼ਾਦ ਨਹੀਂ, ਸ਼ਸ਼ੇ ਨਾਲ ਨਹੀਂ ਸੱਸੇ ਨਾਲ। ਪ੍ਰਸਾਦ, ਗੁਰ ਪ੍ਰਸਾਦ ਨਾਨਕ ਹਉ ਛੂਟੈ। ਛੂਟੇ ਨਹੀਂ, ਛੂਟੈ, ਛੱਛੇ ਨੂੰ ਦੁਲੈਂਕੜ, ਟੈਂਕੇ ਨੂੰ ਦੁਲਾਵਾਂ ਬੋਲਣੀਆਂ ਨੇ ਜੀ। ਸਹਿਸ ਖੱਟੇ ਲੱਖ ਕਉ ਉਠ ਧਾਵੈ। ਇਹਨੂੰ ਖੱਟੇ ਬੋਲਣਾ, ਖਟੇ ਨਹੀਂ, ਖੱਟੇ ਭਾਵ ਕਮਾਉਂਦਾ ਹੈ। ਕਉ ਨੂੰ ਕੋ ਨਹੀਂ ਬੋਲਣਾ, ਕਉ ਬੋਲਣਾ, ਕੱਕਾ ਊੜੇ ਔਂਕੜ ਕਉ। ਧਾਵੇ ਨੂੰ ਧਾਵੈ ਬੋਲਣਾ, ਵਾਵੇ ਨੂੰ ਦੁਲਾਵਾਂ ਨੇ। ਸਹਿਸ ਖੱਟੇ ਲੱਖ ਕਉ ਉਠ ਧਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਇੱਥੇ ਆਵੈ, ਪਾਛੈ, ਪਾਵੈ ਜਿਹੜੇ ਦੁਲਾਵਾਂ ਵਾਲੇ ਸ਼ਬਦ ਨੇ, ਦੁਲਾਵਾਂ ਨਾਲ ਹੀ ਬੋਲਣੇ ਨੇ। ਆਵੇ ਪਾਛੇ ਪਾਵੇ ਨਹੀਂ ਬੋਲਣਾ, ਆਵੈ ਤੇ ਪਾਛੈ ਤੇ ਪਾਵੈ। ਜਿਵੇਂ ਤ੍ਰਿਪਤ ਨ ਆਵੈ, ਇੱਥੇ ਹਲਕਾ ਜਿਹਾ ਰੁਕਣਾ। ਮਾਇਆ ਪਾਛੈ ਪਾਵੈ ਅਨਿਕ ਭੋਗ ਵਿਖਿਆ ਕੇ ਕਰੈ। ਇਹਨੂੰ ਅਨਕ ਨਹੀਂ ਬੋਲਣਾ, ਅਨਿਕ ਬੋਲਣਾ ਇਹਨਾਂ ਨੇ, ਇਹਨੂੰ ਸਿਆਰੀ ਨਾਲ। ਅਨਿਕ ਭੋਗ ਵਿਖਿਆ ਕੇ ਕਰੈ ਰਾਰੇ ਨੂੰ ਦੁਲਾਵਾਂ। ਨਹਿ ਤ੍ਰਿਪਤਾਵੈ ਖਪ ਖਪ ਮਰੈ। ਇਹਨੂੰ ਤ੍ਰਿਪਤਾਵੈ ਬੋਲਣਾ, ਤਰੀ ਰਾਰੇ ਨੂੰ ਸਿਆਰੀ ਬੋਲੀ ਜਾਏਗੀ ਤੇ ਵਾਵੇ ਨੂੰ ਦੁਲਾਵਾਂ ਵੈ। ਨਹਿ ਤ੍ਰਿਪਤਾਵੈ ਖਪ ਖਪ ਮਰੈ ਰਾਰੇ ਨੂੰ ਦੁਲਾਵਾਂ। ਬਿਨਾ ਸੰਤੋਖ ਨਹੀਂ ਕਉ ਰਾਜੈ। ਇਹਨੂੰ ਰਾਜਾ ਨਹੀਂ ਬੋਲਣਾ, ਰਾਜੈ। ਰਾਜੈ ਮੈਨੇ ਰਜਦਾ ਹੈ, ਜ਼ੋਰ ਲੱਗੇਗਾ ਰਾਰੇ ਤੇ। ਰਾਜੈ, ਰਜਦਾ ਨਹੀਂ। ਬਿਨਾ ਸੰਤੋਖ ਨਹੀਂ ਕਉ ਰਾਜੈ, ਜੱਜੇ ਨੂੰ ਦੁਲਾਵਾਂ ਵੀ ਨੇ। ਤੇ ਧਿਆਨ ਦਿਆ ਕਰੋ ਵੀ ਜਿੱਥੇ ਮੈਂ ਹਲਕਾ ਜਿਹਾ ਵਿਸਰਾਮ ਦੇਣਾ ਵਾ ਤੁਕ ਦੇ ਵਿੱਚ, ਉੱਥੇ ਵਿਸਰਾਮ ਦੇਣਾ, ਰੁਕਣਾ ਹੈ। ਜਿਵੇਂ ਬਿਨਾ ਸੰਤੋਖ, ਇੱਥੇ ਮੈਂ ਰੁਕ ਗਿਆ ਸੀ ਹਲਕਾ ਜਿਹਾ, ਤੁਸੀਂ ਵੀ ਰੁਕਣਾ। ਇੱਥੇ ਹਲਕਾ ਜਿਹਾ ਕੌਮਾ ਹੈਗਾ, ਪੌਜ਼ ਹੈਗਾ। ਬਿਨਾ ਸੰਤੋਖ ਨਹੀਂ ਕਉ ਰਾਜੈ ਸੁਪਨ ਮਨੋਰਥ ਬ੍ਰਿਥੇ ਸਭ ਕਾਜੈ। ਇਹਨੂੰ ਬਿਰਥੇ ਨਹੀਂ ਪੜਨਾ, ਬਿਰਥੇ ਹੋ ਜਾਏਗਾ ਬੱਬੇ ਨੂੰ ਸਿਆਰੀ ਤੇ ਰਾਰਾ ਬਿਰ। ਇਹ ਬੱਬਾ ਰਾਰੇ ਨੂੰ ਸਿਆਰੀ ਹੋਏਗੀ, ਰਾਰਾ ਜਿਹੜਾ ਪੈਰ 'ਚ ਹੈ ਸਿਆਰੀ ਨੂੰ ਲੱਗੇਗੀ। ਬਰੀ ਥੇ, ਬ੍ਰਿਥੇ, ਇੱਦਾਂ ਫਿਰ ਅੱਧਾ ਰਾਰਾ ਬੋਲਿਆ ਜਾਏਗਾ। ਬ੍ਰਿਥੇ ਸਭ ਕਾਜੈ, ਜੱਜੇ ਨੂੰ ਦੁਲਾਵਾਂ। ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੈ ਪ੍ਰਾਪਤ ਹੋਏ। ਵਡਭਾਗੀ ਨਾਸਕੀ ਉਚਾਰਨ ਹੋਏਗਾ, ਭਾਵ ਵੱਡਿਆਂ ਭਾਗਾਂ ਵਾਲੇ ਨੂੰ। ਇੱਥੇ ਹਲਕਾ ਜਿਹਾ ਰੁਕਣਾ। ਵਡਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ। ਨਾਨਕ ਤੇ ਹਲਕਾ ਜਿਹਾ ਰੁਕਣਾ ਹੈਗਾ।
ਜੇ ਕਿਸੇ ਤੇ ਵੀ ਰੁਕੋਗੇ ਉੱਤੇ ਵਡਭਾਗੀ ਕਿਸੇ ਤਾਂ ਵੀ ਠੀਕ ਹੈ, ਭਾਵ ਕਿਸੇ ਵਡਭਾਗੀ ਨੂੰ। ਤੇ ਜੇ ਵਡਭਾਗੀ ਤੇ ਰੁਕੋਗੇ ਫਿਰ ਅਰਥ ਬਣ ਜਾਣਗੇ ਵੱਡਿਆਂ ਭਾਗਾਂ ਨਾਲ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦਾ ਹੈ। ਦੋਨੋਂ ਹੀ ਅਰਥ ਠੀਕ ਨੇ। ਇਸ ਕਰਕੇ ਵਡਭਾਗੀ ਤੇ ਵੀ ਵਿਸਰਾਮ ਲੱਗ ਸਕਦਾ ਹੈ, ਕਿਸੇ ਤੇ ਵੀ। ਵਡਭਾਗੀ ਕਿਸੇ ਪ੍ਰਾਪਤ ਹੋਏ। ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ। ਨਾਨਕ ਤੇ ਰੁਕਣਾ ਮੈਨੇ, ਹੇ ਨਾਨਕ ਸਦਾ ਸਦਾ ਨਾਨਕ ਹਰ ਜਾਪ। ਛੇਵਾਂ ਪਦਾ ਇਸ ਕੈ ਹਾਥ ਕਹਾ ਵਿਚਾਰ। ਇੱਥੇ ਕੈ ਬੋਲਣਾ, ਕੇ ਨਹੀਂ, ਇਸਕੇ ਹਾਥ ਨਹੀਂ, ਇਸ ਕੈ ਹਾਥ। ਕਹਾ, ਇਹਨੂੰ ਕਹਾ ਨਹੀਂ ਬੋਲਣਾ। ਕਹਾ ਮੈਨੇ ਕੀ ਵਿਚਾਰ, ਭਾਵ ਕੁਛ ਵੀ ਨਹੀਂ। ਕਰਨ ਕਰਾਵਨ ਕਰਨੇ ਹਾਰ ਇਸਕੇ ਹਾਥ ਕਹਾਂ ਵਿਚਾਰ। ਜੇ ਤੇ ਕਹਾ ਕਵਾਂਗੇ ਅਰਥ ਬਣੇਗਾ ਕੀ, ਜੇ ਕਵਾਂਗੇ ਕਹਾਂ ਫਿਰ ਬਣੇਗਾ ਕਿੱਥੇ। ਤੇ ਇਹਦੇ ਅਰਥ ਮੈਂ ਦੇਖ ਲੈਣਾ, ਵਿਚਾਰ ਕੇ ਵੇਖ ਲੈ। ਇਸ ਜੀਵ ਦੇ ਹੱਥ ਕੁਝ ਵੀ ਨਹੀਂ ਹੈ। ਹਾਂ, ਇੱਥੇ ਕਹਾਂ ਵੀ ਅਰਥ ਜਿਹੜਾ ਉਚਾਰਨ ਠੀਕ ਰਹੇਗਾ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ। ਜੋ ਕੁਛ ਕੀਨੋ ਸੋ ਆਪਣੇ ਰੰਗ, ਨੰਨੇ ਨੂੰ ਦੁਲਾਵਾਂ ਆ ਗਈਆਂ। ਆਪਣੇ ਰੰਗ ਸਭ ਤੇ ਦੂਰ ਸਭੂ ਕੈ ਸੰਗ। ਦੂਰ ਤੇ ਹਲਕਾ ਜਿਹਾ ਰੁਕਣਾ, ਸਭੂ ਭਾਵ ਸਾਰਿਆਂ ਦੇ। ਇੱਥੇ ਨਾਸਕੀ ਉਚਾਰਨ ਹੋਏਗਾ। ਕੋਈ ਆ ਗਿਆ ਸੀ ਇਸ ਕਰਕੇ ਥੋੜਾ ਜਿਹਾ ਉੱਪਰ ਪ੍ਰੋਨਾਂਸ ਗੜਬੜ ਹੋ ਗਈ ਸੀ, ਤੇ ਆਪ ਜੀ ਨੇ ਉਹ ਧਿਆਨ ਦੇਣਾ ਹੈਗਾ। ਹਾਂਜੀ, ਸਭ ਤੇ ਦੂਰ ਸਭੂ ਕੈ ਸੰਗ। ਬੂਝੈ ਦੇਖੈ ਕਰੈ ਵਿਵੇਕ। ਬੂਝੈ ਝੱਜੇ ਨੂੰ ਦੁਲਾਵਾਂ, ਦੇਖੈ ਖੱਖੇ ਨੂੰ ਦੁਲਾਵਾਂ, ਕਰੈ ਰਾਰੇ ਨੂੰ ਦੁਲਾਵਾਂ। ਜਦੋਂ ਅਸੀਂ ਬੜੇ ਧਿਆਨ ਨਾਲ ਸ਼ਬਦ ਪੜਾਂਗੇ ਉਚਾਰਨ ਠੀਕ ਹੋਏਗਾ। ਇਸ ਕਰਕੇ ਧਿਆਨ ਦੀ ਬੜੀ ਲੋੜ ਹੈ। ਜਿਵੇਂ ਹੁਣ ਕੋਈ ਗੁਰਮੁਖ ਆ ਗਈ ਸੀ ਮੇਰੇ ਨੇੜੇ ਤੇ ਮੇਰਾ ਧਿਆਨ ਉਧਰ ਚਲਾ ਗਿਆ ਸੀ। ਇਸ ਕਰਕੇ ਪੂਰੇ ਧਿਆਨ ਨਾਲ ਉਦੋਂ ਪੜਿਆ ਜਾਏਗਾ ਜਦੋਂ ਅਸੀਂ ਅਰਥਾਂ ਸਮੇਤ ਪੜਾਂਗੇ। ਬੂਝੈ ਭਾਵ ਉਹ ਸਮਝਦਾ ਹੈ, ਦੇਖੈ ਉਹ ਵੇਖਦਾ ਹੈ, ਕਰੈ ਵਿਵੇਕ ਪਰਖ ਕਰਦਾ ਹੈ, ਕਰੇ ਨਹੀਂ ਕਰੈ। ਆਪੇ ਏਕ ਆਪੇ ਅਨੇਕ। ਆਪੇ ਨਾਸਕੀ ਉਚਾਰਨ ਹੋਏਗਾ, ਭਾਵ ਆਪ ਹੀ। ਮਰੈ ਨਾ ਬਿਨਸੈ ਆਵੇ ਨਾ ਜਾਏ। ਇਹਨੂੰ ਮਰੇ ਬਿਨਸੇ ਆਵੇ ਇਸ ਤਰ੍ਹਾਂ ਨਹੀਂ ਪੜਨਾ। ਮਰੇ ਨਾ ਬਿਨਸੇ ਆਵੇ ਨਾ ਜਾਏ ਨਹੀਂ ਪੜਨਾ। ਮਰੈ ਨਾ ਬਿਨਸੈ, ਬਿਨਸੈ ਤੇ ਹਲਕਾ ਜਿਹਾ ਰੁਕਣਾ ਹੈਗਾ। ਨਾ ਜਿਹੜਾ ਦਿੱਲੀ ਦੀਪਕ ਹੈ ਦੋਨੋਂ ਪਾਸੇ ਅਰਥ ਦਿੰਦਾ ਹੈ। ਦਿੱਲੀ ਦੀਪਕ ਮੈਨੇ ਮੰਨੋ ਦੋ ਕਮਰੇ ਹੋਣ, ਵਿਚਕਾਰ ਇੱਕ ਦਰਵਾਜ਼ਾ ਹੋਵੇ ਤੇ ਉਹਦੇ ਵਿਚਕਾਰ ਇੱਕ ਦੀਵਾ ਰੱਖਿਆ ਹੋਵੇ। ਉਹ ਕਿਸ ਕਮਰੇ ਨੂੰ ਰੋਸ਼ਨੀ ਦੇਗਾ? ਦੋਨਾਂ ਕਮਰਿਆਂ ਨੂੰ। ਮੰਨੋ ਮੈਂ ਦਹਿਲੀਜ਼ ਵਿੱਚ ਦੀਵਾ ਜਗਾ ਕੇ ਰੱਖ ਦਿੱਤਾ, ਦਰਵਾਜ਼ੇ ਵਿੱਚ ਦੀਵਾ ਜਗਾ ਕੇ ਰੱਖਿਆ, ਉਹ ਦੀਵੇ ਦੀ ਰੋਸ਼ਨੀ ਕਮਰੇ ਦੇ ਅੰਦਰ ਆਏਗੀ ਕਿ ਬਾਹਰ ਜਾਏਗੀ? ਉਹ ਦੋਨੋਂ ਪਾਸੇ ਜਾਏਗੀ, ਦੋਨੋਂ ਪਾਸੇ ਆਪਣੀ ਰੋਸ਼ਨੀ ਦੇਗੀ। ਨੰਨਾ ਅੱਖਰ ਦਿੱਲੀ ਦੀਪਕ ਇਹਨੂੰ ਕਿਹਾ ਜਾਂਦਾ ਹੈ, ਭਾਵ ਦਰਵਾਜ਼ੇ ਵਿੱਚ ਜਗਾਇਆ ਹੋਇਆ ਦੀਵਾ ਜਿਹੜਾ ਦੋਨੋਂ ਪਾਸੇ ਅਰਥ ਦੇ ਰਿਹਾ ਹੈ, ਮਰੈ ਨੂੰ ਵੀ ਤੇ ਬਿਨਸੈ ਨੂੰ ਵੀ। ਮਰੈ ਨਾ ਭਾਵ ਨਾ ਉਹ ਮਰਦਾ, ਨਾ ਬਿਨਸੈ, ਬਿਨਸੈ ਨੂੰ ਵੀ ਅਰਥ ਦੇ ਰਿਹਾ, ਨਾਸ਼ ਵੀ ਨਹੀਂ ਹੁੰਦਾ। ਮਰੈ ਨਾ ਬਿਨਸੈ, ਆਵੇ ਨਾ ਜਾਏ। ਨਾ ਆਵੇ ਨਾਲ ਵੀ ਅਰਥ ਦਿੰਦਾ ਵੇ ਵੀ ਆਉਂਦਾ ਨਹੀਂ, ਤੇ ਜਾਏ ਨਾਲ ਵੀ ਅਰਥ ਦਿੰਦਾ ਜਾਂਦਾ ਵੀ ਨਹੀਂ। ਆਵੇ ਨਾ ਭਾਵ ਆਉਂਦਾ ਨਹੀਂ, ਨਾ ਜਾਏ ਜਾਂਦਾ ਵੀ ਨਹੀਂ। ਇਸ ਕਰਕੇ ਨੰਨਾ ਦਿੱਲੀ ਦੀਪਕ ਹੈਗਾ, ਦੋਨੋਂ ਪਾਸੇ ਅਰਥ ਦੇਗਾ ਆਪਣਾ। ਮਰੈ ਨਾ ਬਿਨਸੈ ਆਵੇ ਨਾ ਜਾਏ। ਇੱਥੇ ਬਿਨਸੈ ਤੇ ਆਵੇ ਦੁਲਾਵਾਂ ਦੇ ਨਾਲ ਨੇ। ਨਾਨਕ ਸਦ ਹੀ ਰਹਿਆ ਸਮਾਏ। ਨਾਨਕ ਤੇ ਰੁਕਣਾ ਮੈਨੇ, ਹੇ ਨਾਨਕ ਸਦ ਹੀ ਰਹਿਆ। ਇਹਨੂੰ ਰਿਹਾ ਨਹੀਂ ਬੋਲਣਾ, ਰਾਰਾ ਹਾਹੀ ਸਿਆਰੀ ਰਹਿਆ। ਆਪ ਉਪਦੇਸ਼ੈ ਸਮਝੈ ਆਪ। ਇਹਨੂੰ ਉਪਦੇਸ਼ੇ ਸਮਝੇ ਨਹੀਂ ਬੋਲਣਾ, ਉਪਦੇਸ਼ੈ ਸਮਝੈ ਦਲਾਵਾਂ ਉਚਾਰਨੀਆਂ ਨੇ। ਆਪੇ ਰਚਿਆ ਸਭ ਕੈ ਸਾਥ, ਕੱਕੇ ਨੂੰ ਦਲਾਵਾਂ ਕੈ। ਆਪ ਕੀਨੋ ਆਪਨ ਵਿਸਥਾਰ, ਸਭ ਕਛ ਉਸਕਾ ਉਹ ਕਰਨੈ ਹਾਰ। ਸਭ ਕਿਛ ਨਹੀਂ ਬੋਲਣਾ, ਸਭ ਕਛ, ਕੱਕੇ ਨੂੰ ਸਿਆਰੀ ਨਹੀਂ ਲੱਗੀ ਹੋਈ। ਸਭ ਕਛ ਉਸਕਾ ਉਹ ਕਰਨੈ ਹਾਰ। ਉਸ ਤੇ ਭਿੰਨ ਕਹੋ ਕਿਛ ਹੋਏ। ਭਿੰਨ ਤੇ ਰੁਕਣਾ, ਇਹਨੂੰ ਕਹੋ ਹੀ ਬੋਲਣਾ। ਕੋਈ ਵੱਖਰਾ ਹਾਹਾ ਜਿਹੜਾ ਸਪੈਸ਼ਲ ਕਰਕੇ ਨਹੀਂ ਉਚਾਰਨਾ, ਪਹਿਲੇ ਹਾਹੇ ਦਾ ਹੀ ਜ਼ੋਰ ਲੱਗ ਜਾਣਾ। ਇਹਦੇ ਬਾਰੇ ਮੈਂ ਕਿਸੇ ਦਿਨ ਵੱਖਰਾ ਚੈਪਟਰ ਲਵਾਂਗਾ। ਇਸ ਤਰ੍ਹਾਂ ਦੇ ਦੋ ਦੋ ਹਾਹਿਆਂ ਵਾਲੇ ਸ਼ਬਦ
ਬਹੁਤ ਸਾਰੇ ਆਉਂਦੇ ਨੇ, ਉਹਦਾ ਪ੍ਰੋਨਾਉਂਸ, ਉਹਦਾ ਉਚਾਰਨ ਕਿਵੇਂ ਕਰਨਾ ਹੈ। ਉਸ ਤੇ ਭਿੰਨ ਕਹੋ ਕਿਛ ਹੋਏ, ਥਾਨ ਥਨੰਤਰ ਏਕੈ ਸੋਏ, ਕੱਕੇ ਨੂੰ ਦੁਲਾਵਾ ਨੇ। ਆਪਣੇ ਚਲਿਤ ਆਪ ਕਰਨੈ ਹਾਰ, ਇਹਨੂੰ ਆਪਣੇ ਨਹੀਂ ਬੋਲਣਾ, ਆਪਣੇ ਪੱਪੇ ਨੂੰ ਔਂਕੜ ਨਾਲ। ਚਲਤ ਨਹੀਂ ਬੋਲਣਾ, ਚਲਿਤ। ਆਮ ਤੌਰ ਤੇ ਇਹਦਾ ਪਾਠ ਸੱਜਣ ਇਸ ਤਰ੍ਹਾਂ ਕਰਦੇ ਨੇ, ਆਪਣੇ ਚਲਤ ਆਪ ਕਰਨੇ ਹਾਰ, ਗਲਤ ਹੋ ਗਿਆ। ਆਪਣੇ ਚਲਤ ਨਹੀਂ, ਆਪਣੇ ਚਲਿਤ, ਲੱਲੇ ਨੂੰ ਸਿਆਰੀ, ਪੱਪੇ ਨੂੰ ਇੱਥੇ ਔਂਕੜੇਗੀ। ਆਪਣੇ ਚਲਿਤ ਆਪ ਕਰਨੇ ਹਾਰ, ਕਰਨੇ ਹਾਰ ਨਹੀਂ, ਅੜਾਣੇ ਨੂੰ ਦੁਲਾਵਾ ਨਹੀਂ, ਕਰਨੈ ਹਾਰ। ਕੌਤਕ ਕਰੈ ਰੰਗ ਆਪਾਰ, ਇਹਨੂੰ ਕੋਤਕ ਕਰੇ ਰੰਗ ਅਪਾਰ ਨਹੀਂ ਬੋਲਣਾ। ਕੌਤਕ, ਕਉ ਬੋਲਣਾ, ਕਰੇ ਨਹੀਂ ਕਰੈ, ਰੰਗ ਅਪਾਰ ਨਹੀਂ ਕਹਿਣਾ, ਆਪਾਰ, ਐੜੇ ਨੂੰ ਕੰਨਾ ਲੱਗਿਆ ਹੋਇਆ, ਪੱਪੇ ਨੂੰ ਵੀ ਕੰਨਾ, ਆਪਾਰ। ਕੌਤਕ ਕਰੈ ਰੰਗ ਆਪਾਰ, ਮਨ ਮਹਿ ਆਪ, ਮਨ ਆਪਣੇ ਮਾਹੇ, ਇੱਥੇ ਫਿਰ ਪੱਪੇ ਨੂੰ ਔਂਕੜ ਆ ਗਈ। ਨਾਨਕ ਕੀਮਤ ਕਹਿਣ ਨਾ ਜਾਏ, ਨਾਨਕ ਤੇ ਰੁਕਣਾ ਹੈ, ਕਹਿਣ ਨਹੀਂ ਬੋਲਣਾ, ਕਹਿਣ ਨੰਨੇ ਨਾਲ ਬੋਲਣਾ ਹੈ। ਨਾਨਕ ਕੀਮਤ ਕਹਿਣ ਨਾ ਜਾਏ, ਸਤ 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 ਪ੍ਰਭ ਸੁਆਮੀ, ਇਹਨੂੰ ਸੱਸੇ ਨੂੰ ਔਂਕੜ ਨਾਲ ਬੋਲਣਾ, ਸਵਾਮੀ ਨਹੀਂ ਬੋਲਣਾ, ਸੁਆਮੀ ਬੋਲਣਾ। ਸਤ 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 ਪ੍ਰਭ ਸੁਆਮੀ, ਗੁਰ ਪ੍ਰਸਾਦ ਕਿਨੈ ਵਖਿਆਨੀ। ਹੁਣ ਇਹਨੂੰ ਪ੍ਰਸਾਦ ਬੋਲਣਾ, ਇਹਨੂੰ ਪ੍ਰਸਾਦ ਨਹੀਂ ਬੋਲਣਾ, ਇਹਨੂੰ ਪ੍ਰਸਾਦ, ਰਾਰਾ ਪੂਰਾ ਹੈਗਾ, ਕਿਨੇ ਦੀ ਬਜਾਏ ਕਿਨੈ। ਵਖਿਆਨੀ, ਧਿਆਨ ਦਿਓ ਦਾ ਉਚਾਰਨ, ਵਖਿਆਨੀ, ਇਹਨੂੰ ਵਿਖਿਆਨੀ ਨਹੀਂ ਬੋਲਣਾ, ਵਖਿਆਨੀ ਬੋਲਣਾ, ਬਾਬਾ ਨੂੰ ਸਿਆਰੀ ਨਹੀਂ ਲੱਗੀ ਹੋਈ। ਗੁਰ ਪ੍ਰਸਾਦ ਕਿਨੈ ਵਖਿਆਨੀ, ਸੱਚ 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 ਸਭ ਕੀਨਾ, ਕੋਟ ਮੱਧੇ ਕਿਨੈ ਬਿਰਲੇ ਚੀਨਾ। ਇਹਨੂੰ ਮਧੇ ਨਹੀਂ ਬੋਲਣਾ, ਮੱਧੇ ਭਾਵ ਵਿਚਕਾਰ, ਮੰਮੇ ਤੇ ਜ਼ੋਰ ਲੱਗ ਜਾਏਗਾ, ਤੇ ਮੱਧੇ ਤੋਂ ਬਾਅਦ ਹਲਕਾ ਜਿਹਾ ਰੁਕਣਾ ਹੈਗਾ। ਕਿਨੈ ਬਿਰਲੇ, ਕਿਨੈ ਨੰਨੇ ਨੂੰ ਦੁਲਾਵਾ, ਬਿਰਲੇ ਵੀ ਲਾਲੇ ਨੂੰ ਦੁਲਾਵਾ, ਕਿਨੈ ਬਿਰਲੇ। ਕੋਟ ਮੱਧੇ ਕਿਨੈ ਬਿਰਲੇ ਚੀਨਾ, ਭਲਾ 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 ਤੇਰਾ ਰੂਪ, ਇਹਨੂੰ ਭੱਲਾ ਨਹੀਂ ਕਹਿਣਾ, ਭਲਾ ਕਹਿਣਾ, ਭਾਵ ਚੰਗਾ, ਬੜਾ ਪਿਆਰਾ। ਭਲਾ 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 ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ, ਨਿਰਮਲ 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 ਤੇਰੀ ਬਾਣੀ, ਘਟ ਘਟ ਸੁਣੀ ਸਰਵਨ ਬਖਿਆਣੀ। ਹੁਣ ਸੁਣੀ ਨਹੀਂ ਬੋਲਣਾ, ਸੁਣੀ ਬੋਲਣਾ ਨੰਨੇ ਨਾਲ, ਘਟ ਘਟ ਸੁਣੀ। ਸਰਵਨ ਨਹੀਂ, ਸਰਵਨ, ਸਰ ਤੇ ਸਰ ਬੜਾ ਫਰਕ ਹੈ। ਕਰ ਕਰ ਭਰ ਭਰ, ਜਿਵੇਂ ਕਰਮ ਕਰਮ, ਭਰਮ ਭ੍ਰਮ, ਇੱਦਾਂ ਹੀ ਸਰਵਣ ਸਰਵਣ, ਸਰਵਨ, ਸਰ, ਘਟ ਘਟ ਸੁਣੀ ਸਰਵਣ। ਹੁਣ ਬਖਿਆਣੀ ਦੇਖੋ ਕਿੱਦਾਂ ਲਿਖਿਆ, ਖੱਖੇ ਦੇ ਪੈਰ 'ਚ ਅੱਧਾ ਯਈਆ ਹੈਗਾ, ਤੇ ਯਈਏ ਦਾ ਉਚਾਰਨ ਕਿਵੇਂ ਕਰਨਾ ਸੀ ਪਿੱਛੇ ਸਿੱਖ ਆਏ ਹਾਂ। ਜਿਸ ਅੱਖਰ ਦੇ ਪੈਰ 'ਚ ਅੱਧਾ ਯਈਆ ਹੋਵੇ, ਉਸ ਅੱਖਰ ਨੂੰ ਸਿਹਾਰੀ ਲਗਾ ਕੇ ਉਹਦੇ ਅੱਗੇ ਐੜਾ ਲਗਾ ਦਿੱਤਾ ਜਾਂਦਾ ਹੈ। ਹੁਣ ਇੱਥੇ ਖੱਖੇ ਨੂੰ ਸਿਹਾਰੀ ਲਗਾ ਕੇ ਅੱਗੇ ਲਗਾ ਦੇਣਾ ਐੜਾ, ਤੇ ਕੰਨਾ ਲੱਗ ਜਾਏਗਾ ਐੜੇ ਨੂੰ, ਬੱਖੇ ਆਣੀ, ਬਖਿਆਣੀ, ਇੱਦਾਂ ਅੱਧੇ ਯਈਏ ਦਾ ਉਚਾਰਨ ਹੋਏਗਾ। ਘਟ ਘਟ ਸੁਣੀ ਸਰਵਣ ਬਖਿਆਣੀ, ਰਾਣੇ ਨਾਲ, ਬਖਿਆਣੀ ਬਖਿਆਣੀ। ਪਵਿੱਤਰ 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 ਪੁਨੀਤ, ਤਰ ਬੋਲਣਾ, ਤਰ ਨਹੀਂ, ਤਰ ਅੱਧਾ ਰਾਰਾ, ਪਵਿੱਤਰ 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 ਪੁਨੀਤ। ਇਹਦੇ ਨਾਲ ਜਿਹੜੇ ਸਾਡੀ ਟੰਗ ਟਵਿਸਟ ਆ ਵੀ ਚੱਲਣੀ ਸ਼ੁਰੂ ਹੋ ਜਾਏਗੀ, ਭਾਵ ਸਾਡੀ ਜੀਭ ਵਧੀਆ ਲਚਕਦਾਰ ਹੋਣੀ ਸ਼ੁਰੂ ਹੋ ਜਾਏਗੀ। ਕੱਲ੍ਹ ਨੂੰ ਅਸੀਂ ਕਿਸੇ ਵਿਦੇਸ਼ੀ ਭਾਸ਼ਾ ਨੂੰ ਵੀ ਸਿੱਖਦੇ ਹਾਂ, ਸਾਡੀ ਜੀਭ ਫਸਟ ਕਲਾਸ ਉਸ ਬੋਲੀ ਨੂੰ, ਉਸ ਭਾਸ਼ਾ ਨੂੰ ਬੋਲ ਸਕੇਗੀ। ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ, ਨਾਨਕ ਤੇ ਰੁਕਣਾ ਹੈ, ਨਾਨਕ ਮਨ ਪ੍ਰੀਤ। ਜਿਹੜਾ ਪੈਰ ਦਾ ਰਾਰਾ ਹੈ ਨਾ, ਅਸਲ 'ਚ ਸੰਸਕ੍ਰਿਤ ਦੀ ਦੇਣ ਹੈਗੀ ਹੈ, ਪੰਜਾਬੀ ਵਿੱਚ ਨਹੀਂ ਹੈ। ਤੁਸੀਂ ਊੜੇ ਤੋਂ ਲੈ ਕੇ ਜਦੋਂ ਰਾੜੇ ਤੱਕ ਪੰਜਾਬੀ ਲਿਖਦੇ ਹੋ, ਉੱਥੇ ਪੈਰ 'ਚ ਰਾਰਾ ਆਉਂਦਾ, ਕਿਤੇ ਨਹੀਂ ਆਉਂਦਾ ਨਾ। ਪੈਰ 'ਚ ਰਾਰਾ, ਪੈਰ 'ਚ ਅੱਧਾ ਵਾਵਾ, ਪੈਰ 'ਚ ਅੱਧਾ ਨੰਨਾ, ਗੁਰਬਾਣੀ 'ਚ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਆਉਂਦੇ ਨੇ, ਇਹ ਸੰਸਕ੍ਰਿਤ ਤੋਂ ਆਏ ਨੇ। ਅਸੀਂ ਕਹਿੰਦੇ ਹਾਂ ਭਰਮ, ਉਹ ਕਹਿੰਦੇ ਨੇ ਭ੍ਰਮ। ਅਸੀਂ ਕਹਿੰਦੇ ਹਾਂ ਕਰਮ, ਉਹ ਕਹਿੰਦੇ ਨੇ ਕ੍ਰਮ। ਹਾਂ, ਕਰਮ ਕੰਮਾਂ ਨੂੰ ਕਹਿੰਦੇ ਨੇ, ਕ੍ਰਮ ਸੀਰੀਅਲ ਨੂੰ ਕਹਿੰਦੇ ਨੇ, ਲਗਾਤਾਰ ਲੜੀਵਾਰ। ਇਹਦਾ ਧਿਆਨ ਰੱਖਣਾ ਹੈ। ਭਰਮ ਭ੍ਰਮ, ਇਹਦਾ ਪਵਿੱਤਰ, ਅਸੀਂ ਰਾਰਾ ਪੂਰਾ ਬੋਲਦੇ ਹਾਂ ਪੰਜਾਬੀ ਵਿੱਚ, ਪਵਿੱਤਰ, ਪਰ ਹਿੰਦੀ ਵਿੱਚ ਜਾਂ ਸੰਸਕ੍ਰਿਤ 'ਚ ਬੋਲਿਆ ਜਾਂਦਾ ਪਵਿੱਤਰ, ਤਰ, ਉਹਨਾਂ ਦਾ ਉਚਾਰਨ ਹੈ, ਇਹ ਉੱਥੋਂ ਦਾ ਸ਼ਬਦ ਹੈ।
ਪਵਿੱਤਰ 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 ਪੁਨੀਤ। ਇਸੇ ਕਰਕੇ ਗੁਰੂ ਸਾਹਿਬ ਨੇ ਪੂਰਾ ਰਾਰਾ ਨਹੀਂ ਪਾਇਆ, ਸੰਸਕ੍ਰਿਤ ਵਾਲਾ ਪੈਰ 'ਚ ਰਾਰਾ ਪਾ ਦਿੱਤਾ ਕਿ ਇਹਨੂੰ ਤੁਸੀਂ ਪਵਿੱਤਰ ਨਹੀਂ ਕਹਿਣਾ, ਪਵਿੱਤਰ ਕਹਿਣਾ ਮੈਂ। ਦੂਜਾ, ਪੈਰ ਦੇ ਰਾਰੇ ਨਾਲ ਇੱਕ ਮਾਤਰਾ ਘਟ ਜਾਂਦੀ ਹੈ, ਗੌੜੀ ਰਾਗ ਨੂੰ ਪੂਰਾ ਕਰਨ ਵਾਸਤੇ ਇੱਕ ਮਾਤਰਾ ਘਟਾਉਣ ਲਈ ਪੈਰ 'ਚ ਰਾਰਾ ਪਾਉਣਾ ਪਿਆ। ਹਾਂ, ਜਿੱਥੇ ਰਾਰੇ ਦੀ ਪੂਰੇ ਦੀ ਲੋੜ ਪਈ ਉੱਥੇ ਰਾਰਾ ਪੂਰਾ ਵੀ ਪਾ ਦਿੱਤਾ ਗੁਰੂ ਸਾਹਿਬ ਨੇ, ਤਾਂ ਕਿ ਮਾਤਰਾ ਪੂਰੀਆਂ ਹੋ ਜਾਣ। ਇਸ ਕਰਕੇ ਜਿੱਦਾਂ ਜੇ ਪੈਰ 'ਚ ਰਾਰਾ ਤੇ ਉਹਨੂੰ ਅੱਧਾ ਬੋਲਣਾ, ਜੇ ਪੂਰਾ ਰਾਰਾ ਤੇ ਉਹਨੂੰ ਪੂਰਾ ਬੋਲਣਾ। ਪਵਿੱਤਰ 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 ਪੁਨੀਤ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।